को ब्रेक तो बाद तुहाडा स्वागत है जी। डॉक्टर साहब साडे कोल पहली ईमेल आई है न्यूजीलैंड तो वीर रजिंदर सिंह जी दी। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਇਹ ਮੇਰੀ ਪਹਿਲੀ ਈਮੇਲ ਹੈ। ਆਪ ਜੀ ਦਾ ਪ੍ਰੋਗਰਾਮ ਸੱਚੋ ਸੱਚ ਬਹੁਤ ਹੀ ਜਾਣਕਾਰੀ ਭਰਪੂਰ ਹੁੰਦਾ ਹੈ। ਗੱਲ ਅਜੋਕੇ ਸਮੁੱਚੇ ਘਟਨਾਕ੍ਰਮ ਦੀ ਕਰੀਏ ਤਾਂ ਇਸ ਵਿੱਚ ਬਹੁਤ ਕੁਝ ਅਜਿਹਾ ਸਾਹਮਣੇ ਆਇਆ ਜਿਸ ਦੀ ਅਸੀਂ ਕਦੇ ਇੰਨੀ ਆਸ ਨਹੀਂ ਸੀ ਕੀਤੀ ਕਿ ਇਹ ਇੰਨਾ ਜਲਦੀ ਹੋ ਗਿਆ। ਸਾਡੀਆਂ ਮਿੱਥਾਂ ਵੀ ਟੁੱਟ ਕੇ ਹੁਣ ਕੁਝ ਨਹੀਂ ਹੋ ਸਕਦਾ। ਜੋ ਕੁਝ ਸੰਗਤਾਂ ਦੇ ਹੜ ਵਿੱਚ ਆਸ ਕੀਤੀ ਜਾ ਰਹੀ ਸੀ ਉਹ ਸਾਰੇ ਮਤੇ ਸੁਣਦੇ ਸਾਰ ਨਿਰਾਸ਼ਾ ਹੀ ਪੱਲੇ ਪਈ। ਹੁਣ ਜੋ ਮਰਜ਼ੀ ਆਪਾਂ ਕਹੀ ਜਾਈਏ ਪਹਿਲਾਂ ਵਾਲਾ ਜੋਸ਼ ਦੁਬਾਰਾ ਨਹੀਂ ਆਉਣਾ, ਕਿਉਂਕਿ ਜਦੋਂ ਇੱਕ ਲਹਿ ਟੁੱਟ ਜਾਵੇ ਫਿਰ ਉਹ ਗੱਡੀ ਲੀਹ ਤੇ ਥੋੜੇ ਕਿਤੇ ਨਹੀਂ ਆਉਂਦੀ। ਵਾਹਿਗੁਰੂ ਮਿਹਰ ਕਰਨ, ਜਿਹੜੇ ਸਿੰਘ ਅੱਗੇ ਲੱਗੇ ਹਨ ਉਹਨਾਂ ਦੀ ਇੱਜ਼ਤ ਬਣਾਈ ਰੱਖਣ। ਮੇਰਾ ਮਕਸਦ ਹੁਣ ਅੱਗੇ ਆ ਰਹੇ ਸਰਬੱਤ ਖਾਲਸਾ ਤੇ ਵਿਚਾਰ ਕਰਨ ਤੋਂ ਹੈ। ਜਿਸ ਤਰ੍ਹਾਂ ਪਹਿਲਾਂ ਭਾਈ ਮੋਹਕਮ ਸਿੰਘ ਹੋਰਾਂ ਨੇ ਸਰਬੱਤ ਖਾਲਸਾ ਬੁਲਾਇਆ, ਨਾਲ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਵੀ ਐਲਾਨ ਕਰ ਦਿੱਤਾ। ਅੱਜ ਕੱਲ ਹਰ ਕੋਈ ਸਰਬੱਤ ਖਾਲਸਾ ਕਰਨ ਕਰਾਉਣ ਤੇ ਲੱਗਾ ਹੋਇਆ ਹੈ, ਜਦੋਂ ਕਿ ਬਹੁਤਿਆਂ ਨੂੰ ਤਾਂ ਇਸ ਦਾ ਗਿਆਨ ਹੀ ਨਹੀਂ। ਉਹ ਜਿਹੋ ਜਿਹਾ ਇਕੱਠ ਕਰ ਰਹੇ ਹਨ ਉਹ ਇੱਕ ਸੈਮੀਨਾਰ ਤੋਂ ਵੱਧ ਕੁਝ ਨਹੀਂ। ਇਸੇ ਤਰ੍ਹਾਂ ਸਰਦਾਰ ਮਾਨ ਜੀ ਹਨ ਜਿਨ੍ਹਾਂ ਨੇ ਵੀ ਜਲਦਬਾਜ਼ੀ ਵਿੱਚ ਫੈਸਲਾ ਲਿਆ ਹੈ। ਸਰਦਾਰ ਮਾਨ ਜੀ ਜਿਨ੍ਹਾਂ ਦਾ ਮਕਸਦ ਪਹਿਲਾਂ ਦੀ ਤਰ੍ਹਾਂ ਸਿਰਫ ਮੌਕਾ ਸੰਭਾਲਣ ਤੋਂ ਵੱਧ ਕੁਝ ਨਹੀਂ, ਕਿਉਂਕਿ 2017 ਲਾਗੇ ਆ ਰਿਹਾ ਹੈ। ਮੈਂ ਚਾਹੁੰਦਾ ਹਾਂ ਕਿ ਸਰਦਾਰ ਮਾਨ ਜੀ ਹੀ ਭਾਵੇਂ ਸਰਕਾਰ ਬਣਾ ਲੈਣ, ਸਾਨੂੰ ਖੁਸ਼ੀ ਹੋਵੇਗੀ, ਜੋ ਕਿ ਅਸੰਭਵ ਹੈ ਕਿਉਂਕਿ ਸਰਦਾਰ ਜੀ ਕਿਸੇ ਨਾਲ ਸਮਝੌਤਾ ਨਹੀਂ ਕਰ ਸਕਦੇ। ਦੇਖਣ ਨੂੰ ਤਾਂ ਇਹ ਇੱਕ ਸਿਰਫ ਸਰਦਾਰ ਮਾਨ ਹੋਰਾਂ ਦੇ ਅਕਾਲੀ ਦਲ ਦਾ ਸ਼ੋਅ ਹੋਵੇਗਾ। ਜੇਕਰ ਕੁਝ ਕਰਨਾ ਹੋਵੇ ਤਾਂ ਕੁਝ ਸੁਝਾਅ ਹਨ। ਇਸ ਤਰ੍ਹਾਂ ਕੁਝ ਨਤੀਜੇ ਲੰਮੀ ਸੋਚ ਰੱਖ ਕੇ ਲਏ ਜਾ ਸਕਦੇ ਹਨ। ਪਹਿਲਾਂ ਤਾਂ ਹਰ ਇੱਕ ਦੇਸ਼ ਵਿੱਚ ਆਪਣੇ ਤੌਰ ਤੇ ਸੈਮੀਨਾਰ ਕੀਤੇ ਜਾਣ, ਜਿਸ ਵਿੱਚ ਗੁਰਦੁਆਰਿਆਂ ਦੀਆਂ ਕਮੇਟੀਆਂ ਅਤੇ ਹੋਰ ਵੀ ਜੋ ਸੁਸਾਇਟੀਆਂ ਜਿਹੜੀਆਂ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੀਆਂ ਹਨ ਉਹ ਸਾਰੇ ਰਲ ਕੇ ਆਪਣੇ ਇਕੱਠ ਕਰਨ। ਉਸ ਵਿੱਚੋਂ ਯੋਗ ਨੁਮਾਇੰਦਿਆਂ ਨੂੰ ਚੁਣਨ। ਉਹ ਚੁਣੇ ਹੋਏ ਨੁਮਾਇੰਦੇ ਸਰਬੱਤ ਖਾਲਸਾ ਇਕੱਠ ਵਿੱਚ ਸ਼ਾਮਲ ਹੋਣ। ਇਸ ਦੀ ਗੱਲ ਪਹਿਲਾਂ ਕੈਨੇਡਾ ਜਾਂ ਅਮਰੀਕਾ ਤੋਂ ਹੋ ਜਾਵੇ ਤਾਂ ਵਧੀਆ ਹੈ, ਕਿਉਂਕਿ ਇਹਨਾਂ ਦੋਵਾਂ ਦੇਸ਼ਾਂ ਦੀ ਸਿੱਖ ਵਸੋਂ ਵੀ 1 ਮਿਲੀਅਨ ਤੋਂ ਜ਼ਿਆਦਾ ਹੈ ਅਤੇ ਇਸ ਸਾਰੇ ਕਾਸੇ ਲਈ ਦੋਵੇਂ ਦੇਸ਼ ਵਧੀਆ ਰੋਲ ਪਲੇ ਕਰ ਸਕਦੇ ਹਨ। ਨਹੀਂ ਤਾਂ ਜਿਸ ਤਰ੍ਹਾਂ ਪਹਿਲਾਂ ਹੁੰਦਾ ਆਇਆ ਹੈ ਕਿ ਇੱਕ ਨੇ ਕਿਹਾ ਦੂਜਿਆਂ ਨੇ ਜੈਕਾਰਾ ਗਜਾ ਦੇਣਾ ਹੈ, ਬਸ ਫਿਰ ਮਤੇ ਪਾਸ ਹੋ ਜਾਣੇ ਹਨ। ਭੁੱਲ ਚੁੱਕਦੀ ਖੀਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਵੀਰ ਰਜਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਨਿਊਜ਼ੀਲੈਂਡ ਤੋਂ ਲਿਖਿਆ ਹੈ, ਪਹਿਲੀ ਵਾਰ ਉਹ ਲਿਖ ਰਹੇ ਨੇ। ਉਹਨਾਂ ਨੇ ਸ਼ਲਾਘਾ ਕੀਤੀ ਹੈ ਸੱਚੋ ਸੱਚ ਦੀ ਜੀ। ਉਹਨਾਂ ਨੂੰ ਚੰਗਾ ਲੱਗਦਾ ਹੈ ਪ੍ਰੋਗਰਾਮ, ਜਾਣਕਾਰੀ ਭਰਪੂਰ ਹੈ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਮੌਜੂਦਾ ਘਟਨਾਕ੍ਰਮ ਬੇਸ਼ੱਕ ਬਰਗਾੜੀ ਉਹਨਾਂ ਨੇ ਸ਼ਬਦ ਮੈਂਸ਼ਨ ਨਹੀਂ ਕੀਤਾ, ਪਰ ਉਹਨਾਂ ਨੇ ਕਿਹਾ ਵੀ ਇਹ ਸਾਰੇ ਪੀਰੀਅਡ ਜੋ ਚੱਲ ਰਿਹਾ ਹੈ ਉਹ ਮਿੱਥਾਂ ਵੀ ਟੁੱਟ ਗਈਆਂ ਨੇ। ਖਾਸ ਤੌਰ ਤੇ ਬਰਗਾੜੀ ਦੇ ਇਕੱਠ ਦੇ ਮਤਿਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਜੀ ਕਿ ਵੀ ਮਤਿਆਂ ਨੇ ਨਿਰਾਸ਼ਾ ਦਿੱਤੀ ਹੈ। ਗੱਡੀ ਜਿਹੜੀ ਲੀਹ ਤੇ ਚੜੀ ਜਾਪਦੀ ਸੀ ਉਹ ਲੀਹੋਂ ਲੱਥ ਗਈ ਹੈ। ਔਰ ਫਿਰ ਉਹਨਾਂ ਨੇ ਸਰਬੱਤ ਖਾਲਸਾ ਬਾਰੇ ਵੀ ਥੋੜਾ ਆਲੋਚਨਾਤਮਕ ਰਵੱਈਆ ਰੱਖਿਆ। ਉਹਨਾਂ ਨੇ ਕਿਹਾ ਕਿ ਵੀ ਮੋਹਕਮ ਸਿੰਘ ਹੋਰਾਂ ਨੇ ਅਨਾਉਂਸ ਕੀਤਾ ਸੀ, ਸਰ ਮਾਨ ਨੇ ਵੀ ਜਿਹੜਾ ਇਸ ਨੂੰ ਅਨਾਉਂਸ ਕੀਤਾ, ਸਾਰੇ ਸਰਬੱਤ ਖਾਲਸਾ ਕਰ ਰਹੇ ਨੇ ਜੀ। ਔਰ ਇਸ ਬਾਰੇ ਬਹੁਤਿਆਂ ਨੂੰ ਸ਼ਾਇਦ ਪਤਾ ਨਹੀਂ ਹੈ ਵੀ ਉਹ ਇਹਦੇ ਚੋਂ ਕੱਢਣਾ ਕੀ ਚਾਹੁੰਦੇ ਨੇ। ਔਰ ਫਿਰ ਉਹਨਾਂ ਨੇ ਕਿਹਾ ਜੀ ਇੱਕ ਸੈਮੀਨਾਰ ਦੀ ਤਰ੍ਹਾਂ ਹੀ ਹੋਏਗਾ। ਔਰ ਫਿਰ ਉਹਨਾਂ ਨੇ ਈਵਨ ਇਹ ਵੀ ਕਿਹਾ ਕਿ ਜੀ ਇਹਦਾ ਸ਼ਾਇਦ ਮਕਸਦ 2017 ਦੀਆਂ ਅਸੈਂਬਲੀ ਚੋਣਾਂ 'ਚ ਲਾਹਾ ਲੈਣਾ ਹੀ ਹੋਏ ਜੀ। ਪਰ ਜੇ ਮਾਨ ਸਾਹਿਬ ਮੁੱਖ ਮੰਤਰੀ ਵੀ ਬਣ ਜਾਂਦੇ ਨੇ ਉਹ ਕਿਸੇ ਨਾਲ ਸਮਝੌਤਾ ਨਹੀਂ ਕਰ ਸਕਦੇ, ਇਸ ਲਈ ਉਹ ਚੱਲ ਨਹੀਂ ਸਕਣਗੇ, ਕਹਿਣਾ ਉਹ ਇਹ ਚਾਹੁੰਦੇ ਨੇ। ਔਰ ਇਸ ਤਰ੍ਹਾਂ ਇਹ ਸਾਰਾ ਅਕਾਲੀ ਦਲ ਅੰਮ੍ਰਿਤਸਰ ਸ਼ੋਅ ਹੀ ਹੋ ਜਾਏਗਾ। ਔਰ ਫਿਰ ਉਹਨਾਂ ਨੇ ਜਿਹੜਾ ਆਪਣਾ ਵਿਊ ਦਿੱਤਾ ਹੈ ਕਿ ਵੀ ਇਸ ਨੂੰ ਢੰਗ ਨਾਲ ਕਰਨਾ ਚਾਹੀਦਾ, ਹਰ ਦੇਸ਼ ਵਿੱਚ ਸੈਮੀਨਾਰ ਹੋਣ, ਇਕੱਠ ਹੋਣ, ਨੁਮਾਇੰਦਾ ਇਕੱਠ ਹੋਣ। ਅਮਰੀਕਾ ਕੈਨੇਡਾ ਬਾਰੇ ਉਹਨਾਂ ਨੇ ਕਿਹਾ ਜੀ 1 ਮਿਲੀਅਨ ਤੋਂ ਜ਼ਿਆਦਾ ਸਿੱਖ ਰਹਿੰਦੇ ਨੇ ਔਰ ਇੱਥੋਂ ਇਹਦੀ ਸ਼ੁਰੂਆਤ ਹੋਏ ਔਰ ਇਸ ਤਰੀਕੇ ਦੇ ਨਾਲ ਇਹ ਜਿਹੜਾ ਕੋਈ ਸਾਰਥਕ ਨਤੀਜੇ ਦਿਖਾਏ। ਦੇਖੋ ਅਸੀਂ ਕਿਉਂਕਿ ਸਾਨੂੰ ਬਹੁਤ ਸਾਰੀਆਂ ਲਿਖਤਾਂ ਇਸ ਵੇਲੇ ਦੋਨੋਂ ਪਾਸਿਆਂ ਦੇ ਵਿਊਜ਼ ਵਾਲੀਆਂ ਆ ਰਹੀਆਂ ਨੇ, ਨੈਗੇਟਿਵ ਥੋੜ੍ਹੀਆਂ ਜ਼ਿਆਦਾ ਨੇ, ਸੋ ਅਸੀਂ ਇਹ ਵੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਵੀ ਦੋਨੋਂ ਵਿਊ ਪੁਆਇੰਟ ਜਿਹੜੇ ਨੇ ਉਹ ਵਿਚਾਰ ਚਰਚਾ ਚਾਹਣ, ਕਿਸੇ ਤੇ ਇਹ ਲੇਬਲ ਨਾ ਲੱਗੇ ਕਿ ਜੀ ਕੌਣ ਸਰਕਾਰੀ ਹੈ ਤੇ ਕੌਣ ਨਹੀਂ ਹੈ, ਕੌਣ ਚਲਦੀ ਗੱਡੀ ਰੋਕ ਰਿਹਾ, ਕੌਣ ਗੱਡੀ ਚਲਾਉਣਾ ਚਾਹੁੰਦਾ ਜੀ। ਔਰ ਇਹੀ ਸਾਡਾ ਸਟੈਂਡ ਸਿਰਫ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਹੀ ਨਹੀਂ, ਨਿਊ ਜਰਸੀ ਦੇ ਗੁਰਦੁਆਰਿਆਂ ਕਮੇਟੀਆਂ ਜਾਂ ਸਿੱਖ ਜਥੇਬੰਦੀਆਂ ਦੇ ਇਕੱਠ 'ਚ ਵੀ ਸੀ।
ਔਰ ਹੁਣ ਯੂਬਾ ਸਿਟੀਜ਼ ਵੀ ਜਿੱਥੇ 170 ਦੇ ਕਰੀਬ ਗੁਰਦੁਆਰਾ ਕਮੇਟੀਆਂ ਔਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ, ਉੱਥੇ ਵੀ ਮੈਂ ਬੜੀ ਬੇਬਾਕੀ ਦੇ ਨਾਲ ਇਹ ਗੱਲ ਕਹੀ ਕਿ ਭਾਈ ਦੇਖੋ, ਇਹ ਠੀਕ ਹੈ ਵੀ ਜਦੋਂ ਕੋਈ ਪ੍ਰੋਗਰਾਮ ਦਿੱਤਾ ਜਾਂਦਾ ਹੈ, ਰੱਖਿਆ ਜਾਂਦਾ ਹੈ, ਉਹਦੇ 'ਚ ਉਸ ਵੇਲੇ ਆਬਜੈਕਟਿਵ ਜਿਹੜਾ ਉਹ ਸਾਹਮਣੇ ਹੁੰਦਾ ਹੈ। ਕਈ ਵਾਰ ਬਾਅਦ ਸਾਨੂੰ ਲੱਗਦਾ ਹੈ ਵੀ ਇਸ ਨੂੰ ਹੋਰ ਬਿਹਤਰ ਕੀਤਾ ਜਾ ਸਕਦਾ ਹੈ ਜੀ, ਪਰ ਹੁਣ ਜਿਸ ਤਰੀਕੇ ਨਾਲ ਅੱਜ ਆਲਮੋਸਟ 5-6 ਨਵੰਬਰ ਹੈ ਔਰ ਅਸੀਂ 5 ਨਵੰਬਰ ਹੈ ਔਰ ਉੱਥੇ ਆਲਮੋਸਟ 6 ਨਵੰਬਰ ਹੋ ਚੁੱਕਾ ਹੈ, ਸੋ 2-3 ਦਿਨ ਨੇ ਵਿਚਾਲੇ। ਸੋ ਹੁਣ ਤੁਸੀਂ ਇਹ ਕਹੋ ਕਿ ਜੀ ਡੇਟ ਅੱਗੇ ਕਰ ਲਓ, ਪਿੱਛੇ ਕਰ ਲਓ, ਇਹ ਗੱਲ ਬਹੁਤੀ ਬਣਦੀ ਨਹੀਂ। ਔਰ ਇਹੀ ਗੱਲ ਮੈਂ ਉਹਨਾਂ ਇਕੱਠਾਂ 'ਚ ਵੀ ਕਹੀ ਸੀ, ਉਦੋਂ ਆਨਾ ਦਿਨ ਜ਼ਿਆਦਾ ਵੀ ਸਨ ਕਿ ਭਾਈ ਇਸ ਨੂੰ ਜਿਹੜਾ 10 ਨਵੰਬਰ ਦਾ ਸਰਬੱਤ ਖਾਲਸਾ ਹੈ, ਇਸ ਨੂੰ ਇੱਕ ਲਾਂਚਿੰਗ ਪੈਡ ਦੀ ਤਰ੍ਹਾਂ ਰੱਖੋ। ਔਰ ਲਾਂਚਿੰਗ ਪੈਡ ਦਾ ਮਤਲਬ ਇਹ ਹੈ ਕਿ ਵੀ ਇਹ ਇੱਕ 1986 ਤੋਂ ਬਾਅਦ ਲਗਭਗ 30 ਸਾਲ ਹੋ ਗਏ ਨੇ ਜਦੋਂ ਕਿ ਸਰਬੱਤ ਖਾਲਸਾ ਫਿਰ ਰਿਵਾਈਵ ਨਹੀਂ ਹੋਇਆ, ਉਹਦੀ ਰਿਵਾਈਵਲ ਵੀ ਹੋਏ। ਇਹ ਇੱਕ ਮੈਸੇਜ ਵੀ ਦੇ ਕਿ ਜਿਹੜਾ ਐਗਜ਼ਿਸਟਿੰਗ ਸਿਸਟਮ ਅਕਾਲੀਆਂ ਦਾ 90-95 ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਨਾਂ ਥੱਲੇ ਅਡਾਪਟ ਸੀ, ਜਿਨ੍ਹਾਂ ਨੇ ਅਕਾਲ ਤਖਤ ਨੂੰ ਦੁਬੈਲ ਬਣਾਇਆ, ਉਹ ਕੋਲੈਪਸ ਹੋ ਚੁੱਕਾ ਹੈ, ਉਹਨੂੰ ਅਸੀਂ ਰਿਜੈਕਟ ਕਰਦੇ। ਤੇ ਬਹੁਤ ਸਾਰੇ ਸਿੰਬੋਲਿਕ ਇਸ ਕਿਸਮ ਦੇ ਕੁਝ ਨਿਰਣੇ ਲੈਣ ਤੋਂ ਬਾਅਦ ਜਿਹੜੇ ਮੁੱਖ ਗੰਭੀਰ ਵਿਸ਼ੇ ਨੇ ਜਿਨ੍ਹਾਂ ਦੇ ਵਿੱਚ ਮੇਰੇ ਲਈ ਤਾਂ ਆਜ਼ਾਦੀ ਤੋਂ ਘੱਟ ਕੋਈ ਵੀ ਗੱਲ ਜਿਹੜੀ ਹੈ ਉੱਥੇ ਕਿਸੇ ਮਸਲੇ ਦਾ ਹੱਲ ਮੈਨੂੰ ਨਜ਼ਰ ਨਹੀਂ ਆਉਂਦਾ। ਪਰ ਚਲੋ, ਜੇ ਕੁਛ ਨੂੰ ਇਹ ਲੱਗਦਾ ਵੀ ਅਕਾਲ ਤਖਤ ਪਹਿਲਾਂ ਲਿਬਰੇਟ ਕਰਵਾ ਲਈਏ ਫਿਰ ਆਜ਼ਾਦੀ ਅਗਲਾ ਸਟੈਪ ਹੋਏਗਾ, ਚਲੋ ਅਸੀਂ ਕੰਸੈਂਸਸ ਦੇ ਸਾਹਮਣੇ ਆਪਣਾ ਇਸ ਪਾਰਟ ਨੂੰ ਅਸੀਂ ਜੇ ਥੋੜਾ ਸਬਡਿਊ ਵੀ ਕਰ ਦਈਏ, ਤੇ ਫਿਰ ਵੀ ਜੇ ਤੁਸੀਂ ਇਸ ਕਿਸਮ ਦਾ ਢਾਂਚਾ ਵੀ ਬਣਾਉਣਾ ਹੈ ਕਿ ਜਿੱਥੇ ਤੁਸੀਂ ਅਕਾਲ ਤਖਤ ਨੂੰ ਲਿਬਰੇਟ ਕਰਾਉਣ ਦੀ ਗੱਲ ਕਰਦੇ ਹੋ, ਤੇ ਫਿਰ ਇਹ ਦੁਨੀਆ ਭਰ ਦੇ ਸਿੱਖਾਂ ਦਾ ਨੁਮਾਇੰਦਾ ਢਾਂਚਾ ਹੋਣਾ ਚਾਹੀਦਾ ਜੀ। ਉਹ ਇਕੱਠ 5 ਲੱਖ ਦਾ ਹੋਏ, 10 ਲੱਖ ਦਾ ਹੋਏ, ਉਹਦੇ 'ਚ ਡਿਸਾਈਸਿਵ ਪਾਰਟ ਨਹੀਂ ਆਉਂਦਾ, ਉਹਦੇ ਥੱਲੇ। ਸੋ ਸਾਡਾ ਇਹ ਸੀ ਵੀ ਇਸ ਨੂੰ ਐਜ਼ ਏ ਸਿੰਬੋਲਿਕ ਪਾਰਟਿਸਿਪੇਸ਼ਨ ਹੋਏ, ਸਾਡੀਆਂ ਜਥੇਬੰਦੀਆਂ ਦੀ ਖਾਸ ਤੌਰ ਤੇ ਸੰਘਰਸ਼ੀਲ ਧਿਰਾਂ ਪਿੱਛੇ ਨਾ ਰਹਿਣ, ਨਹੀਂ ਤਾਂ ਬਰਗਾੜੀ ਵਾਲਾ ਹਾਲ ਹੋਏਗਾ। ਪਰ ਜਿਹੜੀ 6 ਮਹੀਨੇ ਬਾਅਦ ਵਿਸਾਖੀ ਤੱਕ ਖਾਲਸਾ ਸਿਰਜਣਾ ਦਿਵਸ ਤੱਕ ਪਹੁੰਚਦੇ ਆ, ਅਸੀਂ ਦੁਨੀਆ ਭਰ ਜਿਹੜਾ ਇਹਨਾਂ ਨੇ ਸੁਜੈਸਟ ਕੀਤਾ ਰਜਿੰਦਰ ਸਿੰਘ ਜੀ ਨੇ ਕਿ ਭਾਈ ਦੁਨੀਆ ਦੇ ਵਿੱਚ ਆਪਣੀ ਹੋਣ ਅੱਡ-ਅੱਡ ਥਾਵਾਂ ਤੇ ਖੇਤਰੀ ਨੈਸ਼ਨਲ ਲੈਵਲ ਤੇ ਨੇਸ਼ਨ ਲੈਵਲ ਤੇ ਕਾਨਫਰੰਸਿਸ, ਉੱਥੋਂ ਨੁਮਾਇੰਦੇ ਪਿਕ ਕੀਤੇ ਜਾਣ ਔਰ ਉਹਨਾਂ ਦਾ ਸਮੂਹ ਜਿਹੜਾ ਹੈ ਉਹ ਫਿਰ ਵਰਲਡ ਪਾਰਲੀਮੈਂਟ ਆਫ ਦ ਸਿੱਖਸ ਦੇ ਰੂਪ ਦੇ ਵਿੱਚ ਐਸਟੈਬਲਿਸ਼ ਹੋਏ। ਉਹਨਾਂ ਦੀ ਇਵਨ ਟਰਮ ਵੀ ਮਿੱਥ ਦੇਣੀ ਚਾਹੀਦੀ ਹੈ ਤਾਂ ਕਿ ਹਰ ਸਾਲ ਕਮੇਟੀਆਂ ਬਦਲ ਜਾਂਦੀਆਂ, ਨਵੇਂ ਆਏ, ਪੁਰਾਣੇ ਗਏ। ਸੋ ਘੱਟੋ ਘੱਟ 2 ਸਾਲ ਦਾ ਪੀਰੀਅਡ ਜ਼ਰੂਰ ਹੋਏ ਜਿਹੜੇ ਤੁਹਾਡੇ ਨੁਮਾਇੰਦੇ ਹੋਣ, ਤਾਂ ਕਿ ਉਸ ਸਟਰਕਚਰ ਨੂੰ ਤੁਸੀਂ ਫਿਰ ਗੰਭੀਰ ਚਿੰਤਨ ਦੇ ਨਾਲ 6 ਮਹੀਨੇ ਦੀ ਇਸ ਪ੍ਰੋਸੈਸ ਚੋਂ ਫਿਰ ਤੁਸੀਂ ਇੱਕ ਕੰਸੈਂਸਸ ਨਾਲ ਫੈਸਲੇ ਲੈ ਸਕੋ। ਸੋ ਬਹੁਤ ਸਾਰੀਆਂ ਈਮੇਲਸ ਜਿਹੜੀਆਂ ਹੋਰ ਵੀ ਨੇ, ਅਸੀਂ ਉਹਨਾਂ ਤੋਂ ਖਿਮਾ ਵੀ ਚਾਹਾਂਗੇ ਕਿਉਂਕਿ ਅਸੀਂ ਇੱਕ ਅੱਧਾ ਹੀ ਸੈਂਪਲ ਪਿਕ ਕਰਦੇ ਹਾਂ, ਖਾਸ ਤੌਰ ਤੇ ਜਦੋਂ ਕਿ ਹੁਣ ਵੋਲਿਊਮ ਬਹੁਤ ਜ਼ਿਆਦਾ ਹੈ ਔਰ 2-3 ਕੱਲ ਦਾ ਸਾਡਾ ਲਾਸਟ ਸ਼ੋਅ ਹੋਏਗਾ ਇਸ ਹਫਤੇ ਦਾ। ਸੋ ਉਦੋਂ ਤੱਕ ਜਿਹੜਾ ਹੈ ਉਹ ਉਸ ਪਾਰਟ ਦੇ ਵਿੱਚ ਦਿਨ ਜਿਹੜੇ ਨੇ ਬਿਲਕੁਲ ਹੀ 2 ਰਹਿ ਜਾਣਗੇ। ਸੋ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਕੋਸ਼ਿਸ਼ ਹੋਏ ਸਗੋਂ ਕਿ ਪੰਜਾਬ ਦੇ ਵਿੱਚ ਇਸ ਮੁੱਦੇ ਦੇ ਉੱਤੇ, ਹਾਲਾਂਕਿ ਇੱਕ ਲੰਬੀ ਚੌੜੀ ਜਿਵੇਂ ਮੈਨੂੰ ਪਤਾ ਲੱਗਾ ਮੀਟਿੰਗ ਵੀ ਹੋਈ, 5-6 ਘੰਟੇ ਚੱਲੀ ਦੋਨਾਂ ਧਿਰਾਂ ਦੀ, ਉਹਦੇ 'ਚ ਕਾਫੀ ਨੇੜੇ ਆਉਣ ਦੀ ਗੱਲ ਵੀ ਹੋਈ। ਪਰ ਅੱਜ ਮੈਂ ਦੇਖਿਆ ਕੁਝ ਡਿਸਅਪੁਆਇੰਟਿੰਗ ਪ੍ਰੈਸ ਸਟੇਟਮੈਂਟਸ ਵੀ ਨੇ। ਪਰ ਮੈਂ ਇਸ ਲਈ ਦੁੱਖ ਮਹਿਸੂਸ ਕਰਦਾ ਹਾਂ ਕਿਉਂਕਿ ਅਸੀਂ ਜੁਝਾਰੂ ਧਿਰਾਂ ਦੀ ਨੁਮਾਇੰਦਗੀ ਕੀਤੀ ਹੈ, ਉਹਨਾਂ ਦੀ ਮਿਸਲ ਦਾ ਹੀ ਅਸੀਂ ਹਿੱਸਾ ਹੈ। ਪਰ ਅਸੀਂ ਇਹ ਸਮਝਦੇ ਹਾਂ ਕਿ ਇਸ ਵੇਲੇ ਜਿਹੜੀ ਸਥਿਤੀ ਹੈ ਇਹ ਮੰਗ ਕਰਦੀ ਹੈ ਕਿ ਸਾਡੀਆਂ ਪੰਥਕ ਧਿਰਾਂ, ਭਾਵੇਂ ਉਹਨਾਂ ਦੇ ਵਿੱਚ ਸ਼ਖਸੀ ਮਤਭੇਦ ਵੀ ਹੋਣ, ਜੇ ਉਹ ਬਿਆਨਬਾਜ਼ੀਆਂ ਔਰ ਫਿਰ ਸੋਸ਼ਲ ਮੀਡੀਆ ਦੇ ਉੱਤੇ ਨਾ ਪੱਖੀ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ, ਅਸਲੀ ਇਸ਼ੂ ਸਾਰੇ ਹੀ ਬੈਕ ਬਰਨਰ ਤੇ ਜਾ ਰਹੇ ਨੇ। ਸੋ ਅਸੀਂ ਤਾਂ ਇਹੀ ਹੋਪ ਕਰ ਸਕਦੇ ਹਾਂ ਔਰ ਬੇਨਤੀ ਕਰ ਸਕਦੇ ਹਾਂ ਕਿ ਭਾਈ ਆਪਸ ਦੇ ਵਿੱਚ ਸਿਰ ਜੋੜ ਲਓ, ਘੱਟੋ ਘੱਟ ਇੱਕ ਇਵੈਂਟ ਨੂੰ ਇਸ ਨੂੰ ਮੰਨ ਕੇ ਕਿ ਭਾਈ ਸੰਗਤ ਦੀ, ਕਈ ਵਾਰ ਠੀਕ ਹੈ ਕਈਆਂ ਨੂੰ ਲੱਗੇਗਾ ਕਿ ਫੈਸਲੇ ਗਲਤ ਨੇ ਜਾਂ ਗਲਤ ਹੈ, ਜਲਦਬਾਜ਼ੀ ਹੈ, ਹੋਏ ਵੀ, ਪਰ ਮੈਂ ਸਮਝਦਾ ਵੀ ਕਈ ਵਾਰ ਲੰਬੀ ਲੜਾਈ ਦੇ ਲਈ ਤੁਸੀਂ ਕੋਈ ਛੋਟੀਆਂ ਚੀਜ਼ਾਂ ਨੂੰ ਅਣਗੌਲਿਆਂ ਵੀ ਕਰਦੇ ਹੋ। ਸੋ ਇਹਨਾਂ ਦਾ ਵੀ ਰਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਸਾਇਸਤਲਾ ਨੇ ਬ੍ਰੇਕ ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।